नमस्कार। खबरों के इस बुलेटिन तुहाडा स्वागत है। मैं हाँ स्वरनजीत सिंह। पहला पेश ने चोणवीं खबरां। संयुक्त किसान मोर्चे ने प्रधानमंत्री नूं चिट्ठी लिख के खेती कानूनों बारे मुड़ गलबात शुरू करने की कीती अपील। केंद्र सरकार ने सूचीबद्ध रोज़गारां विच लगे कामिਆਂ ਨੂੰ ਵੱਡੀ राहत देने ਲਈ वेरीएबल महंगाई भत्ते ਦੀਆਂ दरां ਨੂੰ ਸੋਧਿਆ। ਸੋਧੀਆਂ दरां अप्रैल 2021 ਤੋਂ लागू। ਰੱਖਿਆ ਖੋਜ ਤੇ ਵਿਕਾਸ ਸੰਸਥਾ ਨੇ ਐਂਟੀਬਾਡੀ ਪਤਾ ਲਗਾਉਣ ਲਈ ਡਿਪਕੋਵੈਨ ਕਿੱਟ ਕੀਤੀ ਵਿਕਸਿਤ। ਭਾਰਤ ਵਿੱਚ ਕੋਵਿਡ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਕੋਰੋਨਾ ਦੇ ਤਾਜ਼ੇ ਮਾਮਲੇ ਤੋਂ ਵੱਧ ਹੋਣ ਦਾ ਰੁਝਾਨ ਜਾਰੀ। केंद्रीय सेहत मंत्री डॉक्टर हर्षवर्धन ने कहा कि साल के अंत तक देश की सारी बालग वसों को टीका लगाया जाएगा। भारतीय जल सेना के पहले जंगी बेड़े INS राजपूत को 41 सालों की सेवा तो बाद सेवा मुक्त किया गया। नेपाल की राष्ट्रपति विद्या देवी भंडारी ने संसद भंग करके आउंदे नवंबर में चोणां कराउण दा फैसला किया। ते हुण खबरां विस्तार नाल। संयुक्त किसान मोर्चा ने प्रधानमंत्री नरेंद्र मोदी को चिट्ठी लिख के खेती कानूनों बारे गलबात मुड़ शुरू करने की अपील की है। किसान मोर्चा केंद्र के 3 खेती कानूनों खिलाफ दिल्ली दी सरहदां ते प्रदर्शन कर रहा है। किसान मोर्चे ने कहा कि किसान महामारी में किसी की भी सेहत को खतरे में नहीं पा रहे। जिक्रयोग है कि केंद्र सरकार ते किसान आगुआं विचकार 22 जनवरी तो बाद कोई गलबात नहीं हुई। केंद्र सरकार वालों केंद्री घेरे में पैंदे ਵੱਖ-ਵੱਖ सूचीबद्ध रोज़गारों में लगे कामिਆਂ ਦੀਆਂ ਵੱਖ-ਵੱਖ श्रेणियों ਨੂੰ ਵੱਡੀ राहत देने ਲਈ वेरीएबल डियरनेस अलाउंस ਦੀਆਂ दरां ਨੂੰ ਸੋਧਿਆ ਗਿਆ है। ਕਿਰਤ ਤੇ रोज़गार मंत्री संतोष गंगवार ने कहा कि इस नाल लगभग 1 करोड़ 50 लाख कामिਆਂ ਨੂੰ फायदा होगा। ये वधी हुई दर बीती अप्रैल की 1 तरीक तो लागू की गई है। DDA किरत विभाग वालों एकत्र किए गए उद्योगिक कामिਆਂ ਲਈ खपतकार मुल अंक की औसत के आधार पर ਸੋਧੀ गई है। किरत ਤੇ रोज़गार मंत्रालय वालों जारी बयान में कहा गया है कि ये निर्धारित दरां केंद्री घेरे अंदर पैंदे सूचीबद्ध रोज़गारों से लागू होणगियां। इन्हां विच केंद्र सरकार तहत आउंदियां संस्थावां, रेलवे प्रशासन, खाणा, मुख बंदरगाहां ते केंद्र सरकार द्वारा स्थापित कोई भी कारपोरेशन आउंदी है। ये दरां कॉन्ट्रैक्ट ते कैजुअल मुलाजमां अते कामिਆਂ ते भी बराबर लागू होणगियां। ਰੱਖਿਆ ਖੋਜ ਤੇ ਵਿਕਾਸ ਸੰਸਥਾ DRDO ਨੇ ਐਂਟੀਬਾਡੀ ਪਤਾ ਲਗਾਉਣ ਤੇ ਆਧਾਰਿਤ ਕਿੱਟ DIPCOVAN ਡਿਪਕੋਵੈਨ ਵਿਕਸਿਤ ਕੀਤੀ ਹੈ। ਕੋਵਿਡ ਮਹਾਮਾਰੀ ਤੇ ਲੋਕਾਂ ਵਿੱਚ ਕਰੋਨਾ ਲਾਗ ਦਾ ਪਤਾ ਲਗਾਉਣ ਲਈ ਇਹ ਕਿੱਟ ਬਹੁਤ ਫਾਇਦੇਮੰਦ ਸਾਬਤ ਹੋਵੇਗੀ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਕਿੱਟ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਬਾਜ਼ਾਰ ਵਿੱਚ ਉਪਲਬਧ ਹੋਵੇਗੀ। ਇਸ ਕਿੱਟ ਨਾਲ ਕੇਵਲ 75 ਮਿੰਟਾਂ ਵਿੱਚ ਹੀ ਜਾਂਚ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਕੀਮਤ ਪ੍ਰਤੀ ਜਾਂਚ 75 ਰੁਪਏ ਹੋਵੇਗੀ। ਡਿਪਕੋਵੈਨ ਕਿੱਟ ਨੂੰ ਭਾਰਤੀ ਮੈਡੀਕਲ ਖੋਜ ਕੌਂਸਲ ਨੇ ਅਪ੍ਰੈਲ ਵਿੱਚ ਪ੍ਰਵਾਨਗੀ ਦਿੱਤੀ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿੱਟ ਨੂੰ ਵਿਕਸਿਤ ਕਰਨ ਲਈ ਰੱਖਿਆ ਖੋਜ ਅਤੇ ਵਿਕਾਸ ਸੰਸਥਾ ਦੀ ਸ਼ਲਾਘਾ ਕੀਤੀ ਹੈ। ਭਾਰਤ ਵਿੱਚ ਕੋਵਿਡ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਕੋਰੋਨਾ ਦੇ ਤਾਜ਼ੇ ਮਾਮਲਿਆਂ ਤੋਂ ਵੱਧ ਹੋਣ ਦਾ ਰੁਝਾਨ ਜਾਰੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ 3,57,630 ਕੋਰੋਨਾ ਮਰੀਜ਼ ਠੀਕ ਹੋਏ ਨੇ, ਜਦਕਿ ਇਸ ਸਮੇਂ ਦੌਰਾਨ 2,57,299 ਤਾਜ਼ਾ ਕੋਰੋਨਾ ਮਾਮਲੇ ਸਾਹਮਣੇ ਆਏ ਨੇ। ਹੁਣ ਤੱਕ ਦੇਸ਼ ਵਿੱਚ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 2,30,70,365 ਹੋ ਗਈ ਹੈ। ਬੀਤੇ ਦਿਨ ਭਾਰਤ ਵਿੱਚ 4,194 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ, ਜਿਸ ਨਾਲ ਇਸ ਮਹਾਮਾਰੀ ਕਾਰਨ ਮਰਨ ਵਾਲੇ ਦੀ ਕੁੱਲ ਸੰਖਿਆ 2,95,525 ਹੋ ਗਈ ਹੈ। ਭਾਰਤ ਵਿੱਚ ਕੋਵਿਡ-19 ਟੀਕਾਕਰਨ ਮੁਹਿੰਮ ਦੌਰਾਨ ਲਗਾਏ ਜਾ ਰਹੇ ਟੀਕਿਆਂ ਦੀ ਗਿਣਤੀ 19,32,97,000 ਤੋਂ ਵੱਧ ਹੋ ਗਈ ਹੈ। ਬੀਤੇ ਦਿਨ 18 ਤੋਂ 44 ਸਾਲ ਦੀ ਉਮਰ ਵਰਗ ਦੇ 6,63,353 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ। ਕੁੱਲ ਮਿਲਾ ਕੇ ਟੀਕਾਕਰਨ ਮੁਹਿੰਮ ਦੇ ਤੀਜੇ ਪੜਾਅ ਵਿੱਚ 37 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 92,73,550 ਟੀਕੇ ਲਗਾਏ ਗਏ ਨੇ। ਹੁਣ ਤੱਕ ਲਗਾਏ ਗਏ ਕੁੱਲ ਟੀਕਿਆਂ ਵਿੱਚੋਂ 97,37,237 ਸਿਹਤ ਸੰਭਾਲ ਕਾਮਿਆਂ ਨੇ ਪਹਿਲੀ ਖੁਰਾਕ ਅਤੇ 66,99,893 ਸਿਹਤ ਸੰਭਾਲ ਕਾਮਿਆਂ ਨੇ ਕੋਵਿਡ-19 ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। 1,48,63,770 ਪਹਿਲੀ ਖੁਰਾਕ ਅਤੇ 83,05,152 ਪਹਿਲੀ ਖੁਰਾਕ ਦੇ ਵਰਕਰਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ।
ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਕਿਹਾ ਕਿ ਭਾਰਤ ਇਸ ਸਾਲ ਦੇ ਅੰਤ ਤੱਕ ਦੇਸ਼ ਦੀ ਸਾਰੀ ਬਾਲਗ ਵਸੋਂ ਨੂੰ ਟੀਕਾ ਲਗਾਉਣ ਯੋਗ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਸਹੂਲਤਾਂ ਨੂੰ ਇਹ ਧਿਆਨ ਵਿੱਚ ਰੱਖਦਿਆਂ ਅਪਡੇਟ ਕੀਤਾ ਜਾ ਰਿਹਾ ਹੈ ਕਿ ਵਾਇਰਸ ਭਵਿੱਖ ਵਿੱਚ ਮਿਊਟੈਂਟ ਹੋ ਕੇ ਬੱਚਿਆਂ ਲਈ ਖਤਰਾ ਪੈਦਾ ਕਰ ਸਕਦਾ ਹੈ। ਕੋਵਿਡ ਸਮੀਖਿਆ ਦੌਰਾਨ ਮੀਟਿੰਗ ਦੌਰਾਨ ਡਾਕਟਰ ਹਰਸ਼ਵਰਧਨ ਨੇ ਕਿਹਾ ਕਿ ਇਸ ਸਾਲ ਅਗਸਤ ਤੋਂ ਦਸੰਬਰ ਤੱਕ ਭਾਰਤ 216 ਕਰੋੜ ਕੋਵਿਡ ਟੀਕੇ ਦੀਆਂ ਖੁਰਾਕਾਂ ਪ੍ਰਾਪਤ ਕਰ ਲਵੇਗਾ, ਜਦਕਿ ਇਸ ਸਾਲ ਜੁਲਾਈ ਵਿੱਚ 51 ਕਰੋੜ ਖੁਰਾਕਾਂ ਪ੍ਰਾਪਤ ਕੀਤੀਆਂ ਜਾਣਗੀਆਂ। ਸਿਹਤ ਮੰਤਰੀ ਨੇ ਕੋਵਿਡ-19 ਦੀ ਦੂਜੀ ਲਹਿਰ ਦੇ ਸੰਦਰਭ ਵਿੱਚ ਟੀਕਾਕਰਨ ਵਿੱਚ ਹੋਈ ਤਰੱਕੀ ਦੇ ਮੱਦੇਨਜ਼ਰ ਛੱਤੀਸਗੜ੍ਹ, ਗੋਆ, ਹਿਮਾਚਲ ਪ੍ਰਦੇਸ਼, ਪੁਡੂਚੇਰੀ, ਅੰਡੇਮਾਨ ਤੇ ਨਿਕੋਬਾਰ ਦੀਪ, ਚੰਡੀਗੜ੍ਹ, ਦਾਦਰ ਤੇ ਨਗਰ ਹਵੇਲੀ ਅਤੇ ਦਮਨ ਤੇ ਦਿਊ, ਲੱਦਾਖ ਅਤੇ ਲਕਸ਼ਦ੍ਵੀਪ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸਮੀਖਿਆ ਕੀਤੀ। ਹਾਲ ਹੀ ਵਿੱਚ ਕੁਝ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਮਿਊਕਰਮਾਈਕੋਸਿਸ ਜੋ ਬਲੈਕ ਫੰਗਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਨਾਲ ਪੀੜਤ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦਰਜ ਕੀਤੀ ਹੈ। ਸਕੈਂਡਰੀ ਤੇ ਮੌਕਾਪਸ ਫੰਗਸ ਨਾਲ ਕੋਵਿਡ-19 ਦੇ ਮੌਜੂਦਾ ਛਾਲ ਦੌਰਾਨ ਵਧੇਰੇ ਵਧ ਰਿਹਾ ਹੈ ਅਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹਸਪਤਾਲਾਂ ਵਿੱਚ ਸਫਾਈ ਤੇ ਹਾਈਜੀਨ ਦੇ ਨਾਲ ਲਾਗ ਨੂੰ ਰੋਕਣ ਅਤੇ ਕੰਟਰੋਲ ਕਰਨ ਲਈ ਤਿਆਰੀਆਂ ਦੀ ਸਮੀਖਿਆ ਕਰਨ ਦੀ ਸਲਾਹ ਦਿੱਤੀ ਹੈ। ਕੇਂਦਰੀ ਸਿਹਤ ਸਕੱਤਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਤੇ ਪ੍ਰਸ਼ਾਸਕਾਂ ਨੂੰ ਲਿਖੀ ਇੱਕ ਚਿੱਠੀ ਵਿੱਚ ਕੋਵਿਡ ਹਸਪਤਾਲਾਂ ਤੇ ਹੋਰ ਸਿਹਤ ਸੰਭਾਲ ਸਹੂਲਤਾਂ ਵਿੱਚ ਲਾਗ ਰੋਕੂ ਤੇ ਕੰਟਰੋਲ ਕਰਨ ਵਾਲੇ ਅਭਿਆਸ ਲਾਗੂ ਕਰਨ ਲਈ ਕਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਹਸਪਤਾਲ ਲਾਗ ਕੰਟਰੋਲ ਕਮੇਟੀ ਸੰਗਠਿਤ ਕਰਨ ਦੇ ਨਾਲ ਇੱਕ ਲਾਗ ਰੋਕੂ ਤੇ ਕੰਟਰੋਲ ਨੋਡਲ ਅਧਿਕਾਰੀ ਨਿਯੁਕਤ ਕਰਨ ਲਈ ਵੀ ਕਿਹਾ ਹੈ। ਮੰਤਰਾਲੇ ਨੇ ਹਸਪਤਾਲਾਂ ਅਤੇ ਸਿਹਤ ਸਹੂਲਤਾਂ ਵਿੱਚ ਲਾਗ ਰੋਕੂ ਕੰਟਰੋਲ ਪ੍ਰੋਗਰਾਮ ਤਿਆਰ ਕਰਨ ਅਤੇ ਲਾਗੂ ਕਰਨ ਤੇ ਵੀ ਜ਼ੋਰ ਦਿੱਤਾ। ਮੰਤਰਾਲੇ ਨੇ ਹਸਪਤਾਲਾਂ ਅਤੇ ਸਿਹਤ ਸਹੂਲਤਾਂ ਵਿੱਚ ਮਾਨਕੀ ਸਾਵਧਾਨੀਆਂ ਅਪਣਾਉਣ ਲਈ ਵੀ ਆਖਿਆ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭਰੋਸਾ ਦਿੱਤਾ ਕਿ ਉਹ ਲਾਗ ਰੋਕਣ ਤੇ ਕੰਟਰੋਲ ਕਰਨ ਲਈ ਕੌਮੀ ਦਿਸ਼ਾ ਨਿਰਦੇਸ਼ ਲਾਗੂ ਕਰਨ ਸੰਬੰਧੀ ਹਰ ਸੰਭਵ ਤੇ ਜ਼ਰੂਰੀ ਸਹਾਇਤਾ ਮੁਹੱਈਆ ਕਰੇਗਾ। ਭਾਰਤੀ ਰਿਜ਼ਰਵ ਬੈਂਕ ਨੇ ਉਸ ਕੋਲ ਵਾਧੂ ਪਏ 99,122 ਕਰੋੜ ਰੁਪਏ ਕੇਂਦਰ ਸਰਕਾਰ ਨੂੰ ਦੇਣ ਦਾ ਫੈਸਲਾ ਕੀਤਾ ਹੈ। ਇਹ ਰਾਸ਼ੀ ਮਿਲਣ ਨਾਲ ਕੇਂਦਰ ਸਰਕਾਰ ਨੂੰ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਖਿਲਾਫ ਲੜਾਈ ਵਿੱਚ ਸਹਾਇਤਾ ਮਿਲੇਗੀ। ਬੀਤੇ ਦਿਨ ਮੁੰਬਈ ਵਿੱਚ ਹੋਈ ਸੈਂਟਰਲ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤਾ ਦਾਸ ਨੇ ਕੀਤੀ। ਬੋਰਡ ਦੀ ਇਹ ਮੀਟਿੰਗ ਮੌਜੂਦਾ ਆਰਥਿਕ ਸਥਿਤੀ, ਵਿਸ਼ਵੀ ਅਤੇ ਸਵਦੇਸ਼ੀ ਚੁਣੌਤੀਆਂ ਤੇ ਰਿਜ਼ਰਵ ਬੈਂਕ ਵੱਲੋਂ ਹਾਲ ਹੀ ਵਿੱਚ ਕੋਵਿਡ-19 ਦੀ ਦੂਜੀ ਲਹਿਰ ਦਾ ਅਰਥਚਾਰੇ ਤੇ ਪੈਣ ਵਾਲੇ ਉਲਟੇ ਅਸਰ ਨੂੰ ਘਟਾਉਣ ਲਈ ਲਏ ਗਏ ਨੀਤੀਗਤ ਫੈਸਲਿਆਂ ਦੀ ਸਮੀਖਿਆ ਕਰਨ ਲਈ ਸੱਦੀ ਗਈ ਸੀ। ਬੋਰਡ ਨੇ ਰਿਜ਼ਰਵ ਬੈਂਕ 'ਚ ਪਈ ਵਾਧੂ ਰਾਸ਼ੀ 99,122 ਕਰੋੜ ਰੁਪਏ ਕੇਂਦਰ ਸਰਕਾਰ ਨੂੰ ਤਬਦੀਲ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ। ਬੋਰਡ ਨੇ ਭਾਰਤੀ ਰਿਜ਼ਰਵ ਬੈਂਕ ਦੀ ਜੁਲਾਈ 2020 ਤੋਂ ਮਾਰਚ 2021 ਦੌਰਾਨ ਕਾਰਵਾਈ ਬਾਰੇ ਵੀ ਚਰਚਾ ਕੀਤੀ ਅਤੇ ਸਾਲਾਨਾ ਰਿਪੋਰਟ ਨੂੰ ਪ੍ਰਵਾਨਗੀ ਦਿੱਤੀ। ਬੋਰਡ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਿਪਟੀ ਗਵਰਨਰ ਮਹੇਸ਼ ਕੁਮਾਰ ਜੈਨ, ਡਾਕਟਰ ਮਾਈਕਲ ਦੇਵ ਰੱਤਾ ਪਾਤਰਾ, ਐਮ ਰਾਜੇਸ਼ਵਰ ਰਾਓ ਅਤੇ ਕੇਂਦਰੀ ਬੋਰਡ ਦੇ ਹੋਰ ਡਾਇਰੈਕਟਰ ਸ਼ਾਮਿਲ ਹੋਏ। ਆਰਥਿਕ ਮਾਮਲਿਆਂ ਬਾਰੇ ਵਿਭਾਗ ਦੇ ਸਕੱਤਰ ਅਜੀਤ ਸੇਠ ਵੀ ਇਸ ਮੀਟਿੰਗ ਵਿੱਚ ਹਾਜ਼ਰ ਸਨ। ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਨੇ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਦੁਆਰਾ ਦੇਸ਼ ਦੇ ਅਰਥਚਾਰੇ ਤੇ ਮਾੜੇ ਅਸਰ ਦੇ ਬਾਵਜੂਦ ਪਹਿਲੀ ਤਿਮਾਹੀ ਵਿੱਚ ਆਰਥਿਕ ਵਾਧਾ ਦਰ ਸਕਾਰਾਤਮਕ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਸ ਸਾਲ ਦੇ ਅੰਤ ਸਕਾਰਾਤਮਕ ਮੋੜ ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਖਰੀਫ ਸੀਜ਼ਨ ਦੀਆਂ ਪ੍ਰਾਪਤੀਆਂ ਤੇ ਮਹਾਮਾਰੀ ਦੀ ਦੂਜੀ ਲਹਿਰ ਦਾ ਜ਼ਿਆਦਾ ਅਸਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਲਗਾਤਾਰ ਚੌਥੇ ਸਾਲ ਦੇਸ਼ ਵਿੱਚ ਮੌਨਸੂਨ ਸਧਾਰਨ ਰਹਿਣ ਦੀ ਉਮੀਦ ਹੈ ਅਤੇ ਖੇਤੀ ਵਿੱਚ ਗਰਮੀ ਦੇ ਮੌਸਮ ਦੀ ਰਿਪੋਰਟ ਵੀ ਉਤਸ਼ਾਹਜਨਕ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖਾਦਾਂ ਤੇ ਸਬਸਿਡੀ ਵਧਾਉਣ ਬਾਰੇ ਇਤਿਹਾਸਕ ਐਲਾਨ ਤੋਂ ਬਾਅਦ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਖਰੀਫ ਸੀਜ਼ਨ 2021 ਵਿੱਚ ਕੁੱਲ 14,775 ਕਰੋੜ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਏਗੀ, ਜਿਸ ਵਿੱਚ DAP ਲਈ 9,125 ਕਰੋੜ ਰੁਪਏ ਦੀ ਵਾਧੂ ਸਬਸਿਡੀ ਅਤੇ NPK ਆਧਾਰਿਤ ਕੰਪਲੈਕਸ ਖਾਦ ਵੀ 5,650 ਕਰੋੜ ਰੁਪਏ ਦੀ ਸਬਸਿਡੀ ਲਈ ਖਰਚ ਕੀਤੀ ਜਾਵੇਗੀ। ਹੁਣ DAP ਸਮੇਤ P&K ਖਾਦ ਤੇ ਖਰੀਦ ਸੀਜ਼ਨ 2021 ਤੱਕ ਸਬਸਿਡੀ ਵਿੱਚ 100% ਤੋਂ ਵਾਧਾ ਦਰਜ ਕੀਤਾ ਗਿਆ ਹੈ। DAP ਖਾਦ ਦੀ ਸਬਸਿਡੀ 500 ਰੁਪਏ ਪ੍ਰਤੀ ਬੋਰੀ ਤੋਂ ਵਧਾ ਕੇ 1,200 ਰੁਪਏ ਪ੍ਰਤੀ ਬੋਰੀ ਕੀਤੀ ਗਈ ਹੈ, ਜੋ ਲਗਭਗ 140% ਦਾ ਵਾਧਾ ਹੈ। ਇਹ ਜ਼ਿਕਰਯੋਗ ਹੈ ਕਿ DAP ਦੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤਾਂ ਵਿੱਚ ਵਾਧੇ ਦੇ ਬਾਵਜੂਦ ਇਸ ਨੂੰ 1,200 ਰੁਪਏ ਪ੍ਰਤੀ ਬੋਰੀ ਪੁਰਾਣੇ ਮੁੱਲ ਤੇ ਵੇਚਣ ਦਾ ਫੈਸਲਾ ਕੀਤਾ ਗਿਆ ਹੈ। ਇਸ ਵਾਧੇ ਦਾ ਸਾਰਾ ਭਾਰ ਕੇਂਦਰ ਸਰਕਾਰ ਨੇ ਸਹਿਣ ਦਾ ਫੈਸਲਾ ਕੀਤਾ ਹੈ। ਭਾਰਤੀ ਜਲ ਸੈਨਾ ਦੇ ਪਹਿਲੇ ਜੰਗੀ ਬੇੜੇ INS ਰਾਜਪੂਤ ਨੂੰ ਬੀਤੇ ਦਿਨ 41 ਸਾਲ ਦੀ ਸੇਵਾ ਤੋਂ ਬਾਅਦ ਭਾਰਤੀ ਜਲ ਸੈਨਾ ਤੋਂ ਸੇਵਾ ਮੁਕਤ ਕਰ ਦਿੱਤਾ ਗਿਆ। ਰੱਖਿਆ ਮੰਤਰਾਲੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ INS ਰਾਜਪੂਤ ਨੂੰ ਪਹਿਲੀ ਵਾਰ 1980 ਵਿੱਚ ਜਲ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਸੀ ਤੇ ਇਸ ਨੇ ਭਾਰਤੀ ਜਲ ਸੈਨਾ ਵਿੱਚ 41 ਸਾਲ ਤੋਂ ਵੱਧ ਸਮਾਂ ਸੇਵਾ ਨਿਭਾਈ। INS ਰਾਜਪੂਤ ਨੂੰ ਜਲ ਸੈਨਾ ਡਾਇਕਯਾਰਡ ਵਿਸ਼ਾਖਾਪਟਨਮ ਵਿੱਚ ਇੱਕ ਸਾਦੇ ਸਮਾਗਮ ਦੌਰਾਨ ਸੇਵਾ ਮੁਕਤ ਕੀਤਾ ਗਿਆ। ਕੋਰੋਨਾ ਦੇ ਚੱਲਦਿਆਂ ਇਸ ਸਮਾਗਮ ਵਿੱਚ ਕੇਵਲ ਸਟੇਸ਼ਨ ਅਧਿਕਾਰੀ ਅਤੇ ਮੱਲਾਹ ਹੀ ਸ਼ਾਮਲ ਹੋਏ। ਸਮਾਗਮ ਦੌਰਾਨ ਕੋਰੋਨਾ ਦੇ ਪ੍ਰੋਟੋਕੋਲ ਦੀ ਪੂਰੀ ਪਾਲਣਾ ਕੀਤੀ ਗਈ। ਇਸ ਮੌਕੇ ਇਸ ਜੰਗੀ ਬੇੜੇ ਦੀਆਂ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਹੋਇਆ ਇੱਕ ਵਿਸ਼ੇਸ਼ ਡਾਕ ਕਵਰ ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਆਗਿਆ ਦਿਓ। ਧੰਨਵਾਦ।